ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਕੋਵਿਡ-19 ਸਰਹੱਦੀ ਨਿਯਮ ਹੋਏ ਖਤਮ। ਵੈਕਸੀਨੇਸ਼ਨ ਟੀਕੇ ਅਰਾਈਵ ਕੈਨ ਰਾਹੀਂ ਜਨਤਕ ਜਾਣਕਾਰੀ ਕੁਆਰੰਟੀਨ ਤੇ ਆਈਸੋਲੇਟ ਪ੍ਰਕਿਰਿਆ ਹੋਈ ਖਤਮ। ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਰਿਕਾਰਡ ਤੋੜ ਪਾਰ। $2.339 ਪ੍ਰਤੀ ਲੀਟਰ ਹੋਇਆ ਵਾਧਾ। ਡਗ ਮਕੱਲਮ ਨੇ ਸਰੀ ਵਾਸੀਆਂ ਦੇ ਲਈ 1000 ਨਵੀਆਂ ਨੌਕਰੀਆਂ ਲਿਆਉਣ ਦਾ ਕੀਤਾ ਖੁਲਾਸਾ। ਜਰਮਨੀ ਦੀ ਨਵੀਂ ਮੈਡੀਕਲ ਕੰਪਨੀ ਲਿਆਵੇਗੀ ਕਈ ਵਿਕਲਪ। ਖਬਰਾਂ ਵਿਸਥਾਰ ਦੇ ਨਾਲ। ਫੈਡਰਲ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 2 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਆਖਿਰਕਾਰ ਕੈਨੇਡਾ ਨੇ ਕੋਵਿਡ-19 ਸਰਹੱਦੀ ਨਿਯਮ ਖਤਮ ਕਰ ਦਿੱਤੇ। ਅਰਾਈਵ ਕੈਨ ਐਪ ਵੈਕਸੀਨੇਸ਼ਨ ਟੀਕੇ, ਆਈਸੋਲੇਸ਼ਨ ਤੇ ਹੋਰ ਪਾਬੰਦੀਆਂ ਤੋਂ ਮੁਕਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਹੁਣ ਹਵਾਈ ਤੇ ਰੇਲ ਯਾਤਰਾ ਦੇ ਲਈ ਸਿਹਤ ਜਾਂਚਾਂ ਤੋਂ ਗੁਜ਼ਰਨ ਜਾਂ ਫਿਰ ਜਹਾਜ਼ਾਂ ਤੇ ਰੇਲ ਗੱਡੀਆਂ ਤੇ ਮਾਸਕ ਪਾਉਣ ਦੀ ਜਿਹੜੀ ਲੋੜ ਹੈ ਉਹ ਨਹੀਂ ਹੋਵੇਗੀ। 1 ਅਕਤੂਬਰ ਤੋਂ ਇਹ ਨਿਯਮ ਲਾਗੂ ਹੋਣ ਜਾ ਰਹੇ ਨੇ। ਦੇਖਦੇ ਹਾਂ ਇੱਕ ਰਿਪੋਰਟ। ਕੈਨੇਡਾ ਦੇ ਬਾਕੀ ਰਹਿੰਦੇ ਕੋਵਿਡ-19 ਯਾਤਰਾ ਉਪਾਅ ਜਿਸ ਦੇ ਵਿੱਚ ਸਰਹੱਦ ਤੇ ਅਰਾਈਵ ਕੈਨ ਐਪ ਦੀ ਵਰਤੋਂ ਸ਼ਾਮਿਲ ਹੈ ਨੂੰ 1 ਅਕਤੂਬਰ ਤੋਂ ਛੱਡਿਆ ਜਾ ਰਿਹਾ ਹੈ। ਫੈਡਰਲ ਮੰਤਰੀ ਦੇ ਵੱਲੋਂ ਉਪਾਵਾਂ ਨੂੰ ਢਿੱਲ ਦੇਣ ਦਾ ਐਲਾਨ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿ ਸਰਹੱਦੀ ਉਪਾਵਾਂ ਨੂੰ ਬਰਕਰਾਰ ਰੱਖਣ ਵਾਲੇ ਕੈਬਨਿਟ ਆਰਡਰ ਨੂੰ 30 ਸਤੰਬਰ ਨੂੰ ਖਤਮ ਹੋਣ ਤੇ ਦੁਬਾਰਾ ਨਵੇਂ ਸਿਰਿਓਂ ਨਹੀਂ ਲਿਆ ਜਾਏਗਾ। ਮਾਹਰਾਂ ਦੀਆਂ ਸਿਫਾਰਸ਼ਾਂ ਨੇ ਸਪਸ਼ਟ ਤੌਰ ਤੇ ਹਾਲਾਂਕਿ ਕਿਹਾ ਹੈ ਕਿ ਸਰਹੱਦੀ ਉਪਾਅ ਲੰਬੇ ਸਮੇਂ ਲਈ ਜ਼ਰੂਰੀ ਨਹੀਂ ਹੈ। ਜਿਵੇਂ ਸਥਿਤੀ ਬਦਲਦੀ ਹੈ ਅਸੀਂ ਨੇੜਿਓਂ ਨਿਗਰਾਨੀ ਰੱਖਾਂਗੇ। ਚੁੱਕਣ ਦੇ ਉਪਾਵਾਂ ਦੇ ਵਿੱਚ ਸਰਹੱਦੀ ਟੀਕੇ ਦੇ ਹੁਕਮ ਤੇ ਰੇਲ ਗੱਡੀਆਂ ਤੇ ਲਾਜ਼ਮੀ ਮਾਸਕਿੰਗ ਤੇ ਕੌਮਾਂਤਰੀ ਯਾਤਰੀਆਂ ਲਈ ਟੈਸਟਿੰਗ ਤੇ ਕੁਆਰੰਟੀਨ ਸ਼ਾਮਿਲ ਹੈ। ਫੈਡਸ ਦਾ ਕਹਿਣਾ ਹੈ ਕਿ ਮੌਜੂਦਾ ਟੀਕਾਕਰਨ ਦਰਾਂ ਤੇ ਦੇਸ਼ ਭਰ ਦੇ ਵਿੱਚ ਕੋਵਿਡ ਦੀ ਸਮੁੱਚੀ ਸਥਿਤੀ ਨੇ ਉਹਨਾਂ ਨੂੰ ਪ੍ਰੀ ਮਹਾਮਾਰੀ ਦੇ ਸਧਾਰਨ ਦੇ ਵਿੱਚ ਤਬਦੀਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਵਿੱਚ ਕੋਵਿਡ ਮਾਡਲਿੰਗ ਸ਼ਾਮਿਲ ਹੈ ਜਿਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਨੇ ਓਮਿਕਰੋਨ BA.4 ਤੇ BA.5 ਬਾਲਣ ਵਾਲੀ ਲਹਿਰ ਦੇ ਸਿਖਰ ਨੂੰ ਪਾਰ ਕਰ ਲਿਆ ਹੈ। ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਪਰ ਕਹਿੰਦੇ ਨੇ ਕਿ ਦੇਸ਼ ਦੇ ਵਿੱਚ ਕੇਸਾਂ ਦੀ ਜਿਹੜੀ ਹੈ ਉਹ ਆਯਾਤ ਮਾਮੂਲੀ ਹੋ ਗਈ ਹੈ। ਬੇਸ਼ੱਕ ਵਾਇਰਸ ਦੀ ਇੱਕ ਅਨੁਮਾਨਿਤ ਗਿਰਾਵਟ ਦੀ ਲਹਿਰ ਨੂੰ ਵੇਖਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਕੋਲ ਅਜੇ ਵੀ ਜੇ ਲੋੜ ਪਈ ਤਾਂ ਕੁਝ ਪਾਬੰਦੀਆਂ ਵਾਪਸ ਲਿਆਉਣ ਦਾ ਵਿਕਲਪ ਹੈ। ਸ਼ਨੀਵਾਰ ਨੂੰ ਹੋਣ ਵਾਲੀਆਂ ਤਬਦੀਲੀਆਂ ਦਾ ਮਤਲਬ ਹੋਵੇਗਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਦੇਸ਼ ਦੇ ਵਿੱਚ ਦਾਖਲ ਹੋਣ ਲਈ ਪ੍ਰਵਾਨਿਤ ਟੀਕਿਆਂ ਦੀ ਜਿਹੜੀ ਲੋੜ ਹੈ ਉਹ ਨਹੀਂ ਹੋਵੇਗੀ। ਇਸ ਦਾ ਇਹ ਮਤਲਬ ਹੈ ਕਿ ਕੈਨੇਡਾ ਜਾਣ ਵਾਲੇ ਯਾਤਰੀ ਹੁਣ ਬੇਤਰਤੀਬੇ ਲਾਜ਼ਮੀ ਕੋਵਿਡ-19 ਟੈਸਟਾਂ ਦੇ ਅਧੀਨ ਨਹੀਂ ਹੋਣਗੇ। ਵੈਕਸੀਨ ਨਾ ਕੀਤੇ ਕੈਨੇਡੀਅਨ ਨੂੰ ਦੇਸ਼ ਵਾਪਸ ਆਉਣ ਤੇ ਅਲੱਗ-ਥਲੱਗ ਕਰਨ ਦੀ ਲੋੜ ਤੇ ਅਰਾਈਵ ਕੈਨ ਐਪ ਦੀ ਲਾਜ਼ਮੀ ਵਰਤੋਂ ਦੀ ਮਿਆਦ ਪੁੱਗੇ ਹੋਏ ਆਰਡਰ ਦੇ ਨਾਲ ਖਤਮ ਹੋ ਜਾਵੇਗੀ। ਐਪ ਅਜੇ ਵੀ ਮੌਜੂਦ ਰਹੇਗੀ ਤੇ ਉਹਨਾਂ ਲਈ ਇੱਕ ਵਿਕਲਪ ਰਹੇਗੀ ਜੋ ਆਪਣੀ ਕਸਟਮ ਕਲੀਅਰੈਂਸ ਨੂੰ ਤੇਜ਼ ਕਰਨਾ ਚਾਹੁੰਦੇ ਨੇ। ਸਰਕਾਰ ਦਾ ਕਹਿਣਾ ਹੈ ਕਿ ਸਾਰੇ ਯਾਤਰੀਆਂ ਨੂੰ ਅਜੇ ਵੀ ਜਹਾਜ਼ਾਂ ਜਾਂ ਰੇਲ ਗੱਡੀਆਂ ਤੇ ਯਾਤਰਾ ਕਰਦੇ ਸਮੇਂ ਉੱਚ ਗੁਣਵੱਤਾ ਵਾਲੇ ਤੇ ਚੰਗੀ ਤਰ੍ਹਾਂ ਫਿਟ ਕੀਤੇ ਮਾਸਕ ਪਾਉਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਜਾਂਦੀ ਹੈ। ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਉਂਡ ਟੇਬਲ ਦੁਆਰਾ ਤਿਆਰ ਕੀਤੇ ਕਈ ਕੈਨੇਡੀਅਨ ਡਾਕਟਰਾਂ ਦੀ ਇੱਕ ਤਾਜ਼ਾ ਰਿਪੋਰਟ ਦਾਅਵਾ ਕਰਦੀ ਹੈ ਕਿ ਬਾਕੀ ਬਚੇ ਸਰਹੱਦੀ ਉਪਾਅ ਕੈਨੇਡੀਅਨਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਨਹੀਂ ਸਨ। ਹੁਣ ਤੱਕ ਅਮਰੀਕਾ ਦੀ ਯਾਤਰਾ ਕਰਨ ਦੇ ਚਾਹਵਾਨ ਕੈਨੇਡੀਅਨਾਂ ਨੂੰ ਅਜੇ ਵੀ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾਕਰਨ ਤੇ ਆਪਣੀ ਸਥਿਤੀ ਦਾ ਸਬੂਤ ਪ੍ਰਦਾਨ ਕਰਨ ਦੀ ਲੋੜ ਹੈ। ਇਸ ਬਾਰੇ ਅਜੇ ਕੋਈ ਸਬੂਤ ਨਹੀਂ ਹੈ ਕਿ ਕੀ ਵਾਈਟ ਹਾਊਸ ਇਸ ਦਾ ਪਾਲਣ ਕਰੇਗੀ ਤੇ ਉਹਨਾਂ ਦੇ ਬਾਕੀ ਯਾਤਰਾ ਉਪਾਵਾਂ ਨੂੰ ਖਤਮ ਕਰਨ ਲਈ ਅੱਗੇ ਵਧੇਗੀ ਜਾਂ ਨਹੀਂ। ਕੈਨੇਡਾ ਵਿੱਚ ਫੈਡਸ ਨੇ ਪਿਛਲੇ ਵਾਰ 29 ਜੂਨ ਨੂੰ ਸਰਹੱਦਾਂ ਤੇ ਜਨਤਕ ਸਿਹਤ ਉਪਾਵਾਂ ਨੂੰ ਵਧਾ ਦਿੱਤਾ ਸੀ। 20 ਜੂਨ ਨੂੰ ਜਹਾਜ਼ਾਂ ਤੇ ਰੇਲਾਂ ਤੇ ਬਾਹਰ ਜਾਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਘਰੇਲੂ ਯਾਤਰਾ ਲਈ ਕੋਵਿਡ-19 ਮੁਅੱਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਸਰਕਾਰ ਨੇ ਉਦੋਂ ਤੋਂ ਸੰਘੀ ਤੌਰ ਤੇ ਨਿਰੰਤਰਿਤ ਕਰਮਚਾਰੀਆਂ ਲਈ ਵੀ ਕੋਵਿਡ-19 ਵੈਕਸੀਨ ਦੇ ਹੁਕਮਾਂ ਨੂੰ ਹਟਾ ਦਿੱਤਾ ਹੈ ਜਿਸ ਵਿੱਚ ਪਬਲਿਕ ਸਰਵਿਸ, RCMP ਤੇ ਟਰਾਂਸਪੋਰਟ ਵਰਕਰ ਤੇ ਟਰੱਕਰ ਸਮੇਤ ਕਈ ਸ਼ਾਮਿਲ ਨੇ। ਨਿਊਜ਼ ਡੈਸਕ 2 ਚੈਨਲ ਪੰਜਾਬੀ ਦੀ ਰਿਪੋਰਟ। ਸਰੀ ਦੇ ਮੇਅਰ ਡਗ ਮਕੱਲਮ ਨੇ ਕਿਹਾ ਕਿ ਜਰਮਨ ਦੀ ਵੱਡੀ ਮੈਡੀਕਲ ਕੰਪਨੀ ਸਰੀ ਦੇ ਵਿੱਚ 1000 ਨੌਕਰੀਆਂ ਲਿਆ ਰਹੀ ਹੈ। ਕਲੋਵਰਡੇਲ ਡਿਸਟ੍ਰਿਕਟ ਚੈਂਬਰ ਆਫ ਕਾਮਰਸ ਦੇ ਲਈ 20 ਸਤੰਬਰ ਨੂੰ ਹੋਈ AGM ਦੇ ਵਿੱਚ ਮੇਅਰ ਡਗ ਮਕੱਲਮ ਇਸ ਪ੍ਰੋਜੈਕਟ ਦਾ ਐਲਾਨ ਕਰ ਰਹੇ ਸੀ। ਮੇਅਰ ਨੇ ਉਦਘਾਟਨੀ ਭਾਸ਼ਣ ਦਿੱਤਾ ਤੇ ਨਵੇਂ ਬੋਰਡ ਮੈਂਬਰਾਂ ਨੂੰ ਸਹੁੰ ਚੁਕਾਈ। ਮੇਅਰ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ ਪਰ ਕਲੋਵਰਡੇਲ ਇਸ ਦਾ ਕੇਂਦਰ ਹੈ। ਮਕੱਲਮ ਨੇ ਕਿਹਾ ਕਿ ਕਲੇਟਨ ਅਗਲੇ ਆਉਣ ਵਾਲੇ ਸਾਲ
ਸਾਲਾਂ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਕਰੇਗਾ ਤੇ ਇੱਕ ਵਪਾਰਕ ਕੇਂਦਰ ਵਜੋਂ ਕੈਂਪਬੈਲ ਹਾਈਟਨ ਦਾ ਵਿਸਥਾਰ ਕਰਨਾ ਜਾਰੀ ਹੈ। ਉਹਨਾਂ ਕਿਹਾ ਕਿ ਇੱਕ ਵਾਰ ਸ਼ਹਿਰ ਦੇ ਵਿੱਚ ਸੇਵਾਵਾਂ ਪ੍ਰਾਪਤ ਹੋਣ ਤੋਂ ਬਾਅਦ ਇਹ ਕੈਂਪਬੈਲ ਹਾਈਟਸ ਦੇ ਵਿੱਚ 40 ਤੋਂ 60 ਨਵੀਆਂ ਕੰਪਨੀਆਂ ਨੂੰ ਆਕਰਸ਼ਿਤ ਕਰੇਗਾ। ਨਾਲ ਹੀ ਉਹਨਾਂ ਜਰਮਨ ਦੀ ਇੱਕ ਵੱਡੀ ਕੰਪਨੀ ਦੇ ਸਰੀ ਦੇ ਵਿੱਚ ਖੁੱਲਣ ਦੇ ਫੈਸਲੇ ਬਾਰੇ ਦੱਸਿਆ। ਹਾਲਾਂਕਿ ਕੰਪਨੀ ਦਾ ਨਾਮ ਉਹਨਾਂ ਨਹੀਂ ਦੱਸਿਆ। ਉਹਨਾਂ ਕਿਹਾ ਕਿ ਉਹ ਸ਼ਹਿਰ ਦੇ ਵਿੱਚ 1000 ਨੌਕਰੀਆਂ ਲਿਆਉਣਗੇ। ਇਹ ਇੱਕ ਮੈਡੀਕਲ ਕੰਪਨੀ ਹੈ, ਨਿਰਮਾਣ ਪਲਾਂਟ ਹੈ। ਇਸ ਦੇ ਨਾਲ ਦੁਨੀਆ ਦੇ 12 ਸਭ ਤੋਂ ਵਧੀਆ ਕੈਂਸਰ ਵਿਗਿਆਨੀ ਆਉਂਦੇ ਨੇ। ਉਹ ਇੱਥੇ ਆਉਣੇ ਵੀ ਨੇ। ਉਹਨਾਂ ਕਿਹਾ ਕਿ ਇਹ ਅਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਸਰੀ ਆਕਰਸ਼ਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰੀ 2024 ਦੀ ਵਿਸ਼ਵ ਫਾਸਟ ਪਿਚ ਚੈਂਪੀਅਨਸ਼ਿਪ ਜਿੱਤਣ ਦੇ ਲਈ ਵਿਸ਼ਵ ਭਰ ਦੇ 18 ਸ਼ਹਿਰਾਂ ਦੇ ਨਾਲ ਮੁਕਾਬਲਾ ਕਰ ਰਹੀ ਹੈ। ਉਧਰ ਸਰੀ ਦੀਆਂ ਮਿਊਨਿਸਪਲ ਚੋਣਾਂ ਹੋਣ ਜਾ ਰਹੀਆਂ ਨੇ, ਜਿੱਥੇ ਡਗਮਗ ਕਲਮ ਵੱਡੇ ਐਲਾਨ ਕਰ ਰਹੇ ਨੇ, ਉੱਥੇ ਕੌਮਾਂਤਰੀ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ। ਸਿਆਸਤਦਾਨਾਂ ਤੇ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਐਕਸਪਲੋਇਟੇਸ਼ਨ ਕਾਫੀ ਹੋ ਰਹੀ ਹੈ, ਕੰਮਾਂ ਤੇ ਵੀ ਤੇ ਕਿਰਾਏ ਦੇ ਘਰਾਂ ਦੇ ਵਿੱਚ ਵੀ। ਖਾਸ ਕਰਕੇ ਕੰਮ ਕਰਦੀਆਂ ਕੁੜੀਆਂ ਦੇ ਪੈਸੇ ਤੱਕ ਮਾਰ ਲਏ ਜਾਂਦੇ ਨੇ। ਕੌਣ ਜ਼ਿੰਮੇਵਾਰ ਹੈ ਇਸ ਲਈ? ਜੇ ਸਿਟੀ ਦੇ ਵਿੱਚ ਕਰਪਸ਼ਨ ਹੈ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਆਖਿਰਕਾਰ ਹੈ ਕਿਸ ਦੀ? ਇਸ ਸੰਬੰਧੀ ਕੁਝ ਸਟੂਡੈਂਟਸ ਜਿਹੜੇ ਨੇ, ਕੌਮਾਂਤਰੀ ਵਿਦਿਆਰਥੀ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਵੀ ਕੇਅਰ ਟੀਮ ਦੇ ਵੱਲੋਂ ਉਹ ਜੁੜੇ ਹੋਏ ਸੀ। ਆਓ ਸੁਣਦੇ ਹਾਂ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਆਪਣੇ ਸਵਾਲ ਖੜੇ ਕੀਤੇ। ਸਾਰੀ ਸਿਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ। ਇਹਨਾਂ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਿਆਸਤਦਾਨ ਆਪੋ ਆਪਣੇ ਤਰੀਕੇ ਨਾਲ ਧਿਆਨ ਦੇ ਰਹੇ ਨੇ, ਪਰ ਨੌਜਵਾਨ ਪੀੜ੍ਹੀ ਦਾ ਇਹਦੇ ਉੱਤੇ ਆਪਣੇ ਤਰੀਕੇ ਨਾਲ ਤਿਆਰ ਹੈ। ਉਹਨਾਂ ਦਾ ਕਹਿਣਾ ਹੈ ਕਿ ਕਈ ਮੁੱਦੇ ਅਜਿਹੇ ਨੇ ਜਿਨ੍ਹਾਂ ਨੂੰ ਛੂਹਿਆ ਤੱਕ ਨਹੀਂ ਜਾ ਰਿਹਾ। ਟੀਮ ਵੀ ਕੇਅਰ ਸਾਡੇ ਨਾਲ ਜੁੜੀ ਹੋਈ ਹੈ। ਇਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਲਵਪ੍ਰੀਤ, ਸਿਟੀ ਇਲੈਕਸ਼ਨਸ ਹੈ, ਸਿਟੀ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ? ਕੀ ਤੁਸੀਂ ਇਹਨਾਂ ਬਾਰੇ ਕਹਿਣਾ ਚਾਹੁੰਦੇ ਹੋ? ਸੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਹੁਣ ਆਉਣ ਵਾਲੇ ਮਹੀਨੇ ਦੇ ਵਿੱਚ ਜਿਹੜੀ ਇਲੈਕਸ਼ਨਸ ਹੋਣੀਆਂ ਨੇ ਸਿਟੀ ਦੀਆਂ, ਸੋ ਇਹਦੇ ਵਿੱਚ ਜਿਹੜੇ ਬੇਸਿਕ ਮੁੱਦੇ ਨੇ, ਅਫੋਰਡੇਬਿਲਿਟੀ ਨੂੰ ਲੈ ਕੇ ਆਪਾਂ ਗੱਲ ਕਰੀ, ਜਿਹੜਾ ਇਨਫਰਾਸਟਰਕਚਰ ਹੈ ਜਿਹਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਬਾਕੀ ਸਿਟੀਜ਼ ਜਾਂ ਬਾਕੀ ਪ੍ਰੋਵਿੰਸਾਂ ਦੇ ਵਿੱਚ, ਜਿਵੇਂ ਆਪਾਂ ਮੇਜਰ ਸਿਟੀਜ਼ ਨੇ ਉਹਨਾਂ ਦਾ ਜੇ ਕੰਪੈਰੀਜ਼ਨ ਕਰੀਏ, ਪਿਛਲੇ ਲੰਮੇ ਸਮੇਂ ਤੋਂ ਜੇ ਆਪਾਂ BC ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਸਰੀ ਏਰੀਆ ਇੱਕ ਹੌਟ ਮਤਲਬ ਬਣਿਆ ਹੋਇਆ ਵੀ ਮਤਲਬ ਉਰੇ ਬੰਦਿਆਂ ਨੇ ਆਉਣਾ। 1500 ਤੋਂ 2000 ਦੇ ਤਕਰੀਬਨ ਜਿਹੜੇ ਬੰਦੇ ਨੇ ਹਰੇਕ ਮਹੀਨੇ ਉਰੇ ਆ ਰਹੇ ਨੇ, ਪਰ ਉਸ ਹਿਸਾਬ ਨਾਲ ਇਨਫਰਾਸਟਰਕਚਰ ਨਹੀਂ ਡਿਵੈਲਪ ਹੋ ਰਿਹਾ। ਰੋਡਸ ਉਹੀ ਨੇ, ਕੋਈ ਰਿੰਗ ਰੋਡ ਨਹੀਂ ਬਣ ਰਹੇ, ਕੋਈ ਜੇ ਆਪਾਂ ਕਹਿ ਦਈਏ ਵੀ ਜਿਹੜੇ ਸਰਵਿਸ ਪ੍ਰੋਵਾਈਡਰ ਸੈਂਟਰ ਨੇ ਉਹ ਨਹੀਂ ਵੱਧ ਰਹੇ। ਹੌਸਪੀਟਲ ਦੀ ਗੱਲ ਕਰੀਏ, ਹੁਣ ਨਵਾਂ ਹੌਸਪੀਟਲ ਆਪਾਂ ਨੂੰ ਪਤਾ ਆ ਰਿਹਾ, ਪਰ ਜਿਸ ਹਿਸਾਬ ਨਾਲ ਉਰੇ ਪਾਪੂਲੇਸ਼ਨ ਵੱਧ ਰਹੀ ਹੈ ਉਦੋਂ ਅਗਲੇ ਹੌਸਪੀਟਲ ਦੀ ਤਿਆਰੀ ਵੀ ਹੁਣ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਉਸ ਚੀਜ਼ਾਂ ਨੂੰ ਲੈ ਕੇ ਇਹ ਮਤਲਬ ਜਿਹੜੀ ਮੈਂ ਕਹੂੰਗਾ ਵੀ ਜਿਹੜੀ ਸਰੀ ਆ ਪਿੱਛੇ ਜਾ ਰਹੀ ਹੈ। ਸੋ ਉਹਦੇ ਵੱਲ ਧਿਆਨ ਦੇਣ ਦੀ ਲੋੜ ਆ। ਜਸ਼ਨ, ਮੇਅਰ ਮਕਲਮ ਦੀ ਟੀਮ ਦਾ ਇਹ ਕਹਿਣਾ ਕਿ ਉਹਨਾਂ ਨੇ ਇਨਫਰਾਸਟਰਕਚਰ ਵੱਲ ਖਾਸ ਤੌਰ ਦੇ ਉੱਤੇ ਧਿਆਨ ਦਿੱਤਾ, ਚਾਹੇ ਸਕਾਈ ਟ੍ਰੇਨ ਦਾ ਇਸ਼ੂ ਹੋਵੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਸਟੂਡੈਂਟਸ ਨੂੰ ਬੜੀ ਦਿੱਕਤ ਹੁੰਦੀ ਸੀਗੀ ਕਿ ਆਉਣ ਜਾਣ ਦਾ ਉਹਨਾਂ ਨੂੰ ਸਾਧਨ ਨਹੀਂ ਹੁੰਦਾ ਸੀ, ਤਾਂ ਉਹਨਾਂ ਨੇ ਉਹਦੇ 'ਚ ਕਾਫੀ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਨੇ। ਕਈ ਅਨਾਊਂਸਮੈਂਟਸ ਹੋਈਆਂ ਇਹਨਾਂ ਦਿਨਾਂ ਦੇ ਵਿੱਚ। ਸਟੇਡੀਅਮਸ ਦੀ ਅਨਾਊਂਸਮੈਂਟ ਹੋਈ ਹੈ, ਜਿਹੜੇ ਕਬੱਡੀ ਦਾ ਇੱਕ ਮੈਦਾਨ ਬਣਾਉਣ ਦੀ ਗਰਾਊਂਡ ਦੀ ਗੱਲ ਕੀਤੀ ਗਈ ਹੈ। ਸਪੋਰਟਸ ਲਈ ਕਾਫੀ ਕੁਛ ਲਿਆਂਦਾ ਜਾ ਰਿਹਾ। ਸੋ ਜਦੋਂ ਤੁਸੀਂ ਇਹ ਐਲਾਨ ਸੁਣਦੇ ਹੋ ਤਾਂ ਤਸੱਲੀ ਹੁੰਦੀ ਹੈ ਵੀ ਮੇਅਰ ਮਕਲਮ ਦੀ ਜਿਹੜੀ ਟੀਮ ਹੈ ਉਹ ਕਾਫੀ ਵਧੀਆ ਅਨਾਊਂਸਮੈਂਟ ਕਰਦੀ ਹੈ ਔਰ ਇਹਨਾਂ ਦੀ ਲੋੜ ਹੈ ਸਾਨੂੰ। ਅਨਾਊਂਸਮੈਂਟ ਤੌਰ ਦੇ ਉੱਤੇ ਤਾਂ ਵਧੀਆ ਚੀਜ਼ ਲੱਗਦੀ ਹੈ, ਪਰ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ ਜਿੰਨੀਆਂ ਕਿ ਤੁਹਾਨੂੰ ਚੀਜ਼ਾਂ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਨੇ ਉਹਦੇ ਵਿੱਚ ਕਾਫੀ ਵੱਡੀ ਕਮੀ ਹੈ। ਜਿੱਡੀ ਕੁ ਪਾਪੂਲੇਸ਼ਨ ਸਰੀ ਦੀ ਹੈ ਅਤੇ ਜਦੋਂ ਕੁ ਤੱਕ ਬਣ ਕੇ ਇਹ ਗਰਾਊਂਡ ਤਿਆਰ ਹੋਣੇ ਨੇ, ਜਿੰਨੀ ਕੁ ਤੱਕ ਬਣ ਜਾਣੀ ਹੈ, ਉਸ ਦੇ ਮੁਕਾਬਲੇ ਸਾਡੇ ਕੋਲ ਪ੍ਰੋਪਰ ਉਨੀਆਂ ਫੈਸਿਲਿਟੀਜ਼ ਨਹੀਂ ਬਣਨਗੀਆਂ। ਹੈ ਨਾ, ਇੱਕ ਗਰਾਊਂਡ ਹੋ ਜਾਣਾ ਇਨਫ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਚਾਹੀਦਾ, ਜਿੰਨੀ ਜ਼ਿਆਦਾ ਸਾਡੀ ਇੱਥੇ ਪਾਪੂਲੇਸ਼ਨ ਹੈ ਨਾ। ਦੂਸਰੀ ਚੀਜ਼, ਜਿਸ ਤਰੀਕੇ ਦੇ ਨਾਲ ਜਿਹੜੀ ਇਕੋਨਮੀ ਆ ਉਹ ਗੇੜਾ ਲੈ ਰਹੀ ਹੈ, ਉਸ ਤਰੀਕੇ ਦੀਆਂ ਜਿਹੜੀਆਂ ਫਿਰ ਤਿਆਰੀਆਂ ਨੇ ਨਾ ਤਾਂ ਕਰੰਟ ਕਾਊਂਸਲ ਦੀਆਂ ਕਿਤੇ ਦਿਖਦੀਆਂ ਨੇ, ਹੈ ਨਾ, ਅਤੇ ਫਿਊਚਰ ਦੇ ਵਿੱਚ ਵੀ ਗਾਇਬ ਨੇ। ਇਹਦੇ ਬਾਰੇ ਕੋਈ ਵੀ ਕੌਂਸਲ ਜਿਹੜੀ ਉਹ ਗੱਲ ਨਹੀਂ ਕਰ ਰਹੀ। ਮੁੱਦਿਆਂ ਦੀ ਲਿਸਟ ਦੇ ਵਿੱਚ ਇਨਫਰਾਸਟਰਕਚਰ ਦੀ ਗੱਲ ਕਰ ਲੈਣਗੇ ਜਾਂ ਪੁਲਿਸਿੰਗ ਦੀ ਗੱਲ ਕਰ ਲੈਣਗੇ ਨਾ, ਜਾਂ ਬਾਕੀ ਅਨਾਊਂਸਮੈਂਟਾਂ ਕਰ ਦੇਣਗੇ ਕਿ ਅਸੀਂ ਇਹਦੇ ਬਸ ਧਿਆਨ ਦੇਵਾਂਗੇ। ਪਰ ਜਿਹੜੀ ਅਗਲੀ ਕੌਂਸਲ ਦੇ ਲਈ ਇੱਕ ਜਿਹੜੀ ਵੱਡੀ ਚੁਣੌਤੀ ਹੋਣੀ ਆ ਉਹ ਹੋਣੀ ਆ ਰਿਸੈਸ਼ਨ, ਜਿਹੜਾ ਹਜੇ ਇਦੋਂ ਵੀ ਗੰਭੀਰ ਆਉਣਾ, ਅਤੇ ਫਿਰ ਉਹਦੇ ਵਿੱਚ ਉਹਨਾਂ ਨੇ ਨਿਕਲਣਾ ਕਿਵੇਂ ਆ। ਅਤੇ ਉਹਦੇ ਨਾਲ ਕਿਉਂਕਿ ਜਿੰਨਾ ਕੁਛ ਵੀ ਹੁਣ ਉਹ ਕਰਨਾ ਚਾਹੁੰਦੇ ਆ ਉਹਦੇ ਨਾਲ ਡਾਇਰੈਕਟਲੀ ਲਿੰਕਡ ਹੋਣਾ, ਉਹਨਾਂ 'ਤੇ ਵੀ ਇੰਪੈਕਟ ਪੈਣਾ ਜੋ ਉਹ ਅਨਾਊਂਸਮੈਂਟਸ ਕਰ ਰਹੇ ਨੇ, ਕਿ ਉੱਤੇ ਜਿੰਨਾ ਕੁ ਦੂਜੇ ਪਾਸੇ ਲੋਕਾਂ ਦੀ ਜਿਹੜੀ ਆਮ ਜ਼ਿੰਦਗੀ ਦੇ ਉੱਤੇ ਉਹਦਾ ਫਰਕ ਪੈਣਾ। ਤਾਂ ਉਹਦੇ ਲਈ ਵੀ ਜਿਹੜਾ ਉਹਨਾਂ ਦਾ ਪਲਾਨ ਆ ਉਹ ਕਿਸੇ ਨੇ ਸ਼ੇਅਰ ਤੱਕ ਨਹੀਂ ਕੀਤਾ ਵੀ ਅਸੀਂ ਇਹ ਪ੍ਰੋਬਲਮ ਖੜੀ ਆ ਦਰਵਾਜ਼ੇ 'ਤੇ, ਜਾਂ ਹਜੇ ਤੱਕ ਮੇ ਵੀ ਉਹ ਅਨਨੋਨ ਨੇ ਕਿ ਉਹਨਾਂ ਨੂੰ ਲੱਗਦਾ ਕਿ ਪ੍ਰੋਬਲਮ ਆਉਣੀ ਨਹੀਂ ਜਾਂ ਕੀ ਹੋਊਗਾ ਵੇਖੀ ਜਾਊਗੀ, ਹੈ ਨਾ। ਤਾਂ ਇਹੋ ਜਿਹੀਆਂ ਚੀਜ਼ਾਂ ਵੀ ਐਡਰੈਸ ਹੋਣੀਆਂ ਚਾਹੀਦੀਆਂ ਨੇ ਕਿ ਇਹ ਚੀਜ਼ ਜੇ ਆਉਂਦੀ ਆ ਤਾਂ ਅਸੀਂ ਜਿਹੜੇ ਸਾਡਾ ਪਲਾਨ B ਆ ਉਹ ਇਸ ਤਰੀਕੇ ਦੇ ਨਾਲ ਹੋਊਗਾ, ਹੈ ਨਾ। ਜਿਹੜੀਆਂ ਜੋਬਸ ਨੇ ਉਹ ਇੰਪੈਕਟ ਹੋਣਗੀਆਂ,
ਜਦੋਂ ਜੌਬਸ ਇੰਪੈਕਟ ਹੋਣਗੀਆਂ, ਦੂਜੇ ਪਾਸੇ ਸਾਡਾ ਇੱਥੇ ਰੈਂਟ ਆ ਜਿਹੜਾ ਉਹ ਧੜਾ ਧੜ ਵੱਧ ਰਿਹਾ ਬਿਨਾਂ ਉਹ 'ਤੇ ਕੋਈ ਕੈਪ ਹੀ ਨਹੀਂ ਹੈਗਾ ਹੈ ਨਾ। ਕਾਗਜ਼ਾਂ ਦੇ ਵਿੱਚ ਕੈਪ ਹੈਗਾ ਪਰ ਅਸਲ ਦੇ ਵਿੱਚ ਉਹ 'ਤੇ ਕੋਈ ਕੈਪ ਨਹੀਂ ਹੈਗਾ। ਉਹ 'ਤੇ ਕੀ ਫਰਕ ਪਊਗਾ? ਜਿਹੜੀ ਨਵੀਂ ਪਾਪੂਲੇਸ਼ਨ ਆ ਰਹੀ, ਜਿਵੇਂ ਲਵਪ੍ਰੀਤ ਨੇ ਗੱਲ ਕੀਤੀ, ਉਹਨਾਂ ਦੇ ਲਈ ਨਵੀਆਂ ਓਪਰਚੁਨਿਟੀਜ਼ ਕਿਵੇਂ ਆ ਰਹੀਆਂ ਨੇ? ਕਿਉਂ ਸਾਡੇ ਜਿਹੜੇ ਨੌਜਵਾਨ ਨੇ ਜਾਂ ਸਾਡੇ ਜਿਹੜੇ ਇੱਥੋਂ ਦੇ ਕਾਮੇ ਨੇ ਉਹ ਕਿਉਂ ਵੈਨਕੂਵਰ ਨੂੰ ਜਾਂ ਰਿਚਮੰਡ ਨੂੰ ਡਰਾਈਵ ਕਰਕੇ ਜਾਂਦੇ ਨੇ, ਨਾਰਥ ਵੈਨਕੂਵਰ ਨੂੰ ਜਾਂਦੇ ਨੇ? ਕਿਉਂ? ਇੱਥੇ ਓਪਰਚੁਨਿਟੀਜ਼ ਹੀ ਨਹੀਂ ਹੈਗੀਆਂ। ਜੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਉਹਨਾਂ ਦੀ ਜੜ ਕੀ ਹੈ ਨਾ, ਤਾਂ ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਨਹੀਂ ਹੋ ਰਹੀ ਕਿਤੇ ਵੀ। ਜਿਸ ਕਾਰਨ ਗੁਆਂਢ ਤੋਂ ਆਏ ਐਲਬਰਟਾ ਨੇ ਲੋਕਾਂ ਨੂੰ ਲੁਭਾਵਣਾ ਸ਼ੁਰੂ ਕਰ ਦਿੱਤਾ। ਇੱਥੇ ਸਰੀ ਦੇ ਵਿੱਚ ਉਹ ਕਹਿ ਰਹੇ ਨੇ ਵੀ ਸਾਡੇ ਉੱਧਰ ਆਓ, ਬਹੁਤ ਸਾਰੀਆਂ ਫੈਸਿਲਿਟੀਆਂ ਔਰ ਸਸਤਾ ਪੈ ਰਿਹਾ ਕਾਫੀ ਜ਼ਿਆਦਾ। ਸਰੀ ਹੁਣ ਜਿਵੇਂ ਮਹਿੰਗਾ ਹੁੰਦਾ ਜਾ ਰਿਹਾ, ਤੁਹਾਨੂੰ ਲੱਗਦਾ ਵੀ ਸਿਟੀ ਦੇ ਉੱਤੇ ਕੋਈ ਕੰਟਰੋਲ ਲੈਵਲ ਜਿਹੜੇ ਵੀ ਮੇਅਰ ਚੁਣੇ ਜਾਂਦੇ ਨੇ ਉਹ ਕਰ ਸਕਦੇ ਨੇ ਔਰ ਬੇਸਿਕ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਉਹ ਆਮ ਲੋਕਾਂ ਨੂੰ ਮਿਲ ਸਕਦੀਆਂ ਨੇ? ਹਾਂਜੀ, ਜੇ ਆਪਾਂ ਗੱਲ ਕਰੀਏ ਸਰੀ ਸਿਟੀ ਕਾਉਂਸਲ ਦੀ, ਤਾਂ ਉਹਨਾਂ ਦੇ ਹੱਥ ਦੇ ਵਿੱਚ ਹੈਗਾ ਕਿ ਉਹ ਸਿਟੀ ਦੇ ਵਿੱਚ ਇੰਨੀ ਕੁ ਸਪਲਾਈ ਵਧਾ ਦੇਣ ਜਿਹਦੇ ਨਾਲ ਘੱਟੋ ਘੱਟ ਇਹ ਨਾ ਹੋਵੇ ਵੀ ਸਪਲਾਈ ਦੇ ਕਰਕੇ ਹੀ ਲੋਕਾਂ ਨੂੰ ਬਾਹਰ ਜਾਣਾ ਪਵੇ, ਹੈ ਨਾ। ਡਿਮਾਂਡ ਬਹੁਤ ਜ਼ਿਆਦਾ ਆ, ਮਾਈਗ੍ਰੇਸ਼ਨ ਹੋ ਰਹੀ ਆ, ਸਾਰੇ ਬੰਦੇ ਜਿਹੜੇ ਇੱਥੇ ਆ ਰਹੇ ਨੇ ਸਾਰਿਆਂ ਨੂੰ ਇਹ ਵੀ ਅਸੀਂ ਆਪਣਾ ਜਿਹੜਾ ਘਰ ਆ ਉਹ ਇੱਥੇ ਵਸਾਈਏ, ਹੈ ਨਾ। ਅਸੀਂ ਇੱਥੇ ਹੀ ਰਹੀਏ, ਅਸੀਂ ਇਸੇ ਸ਼ਹਿਰ ਦੇ ਵਿੱਚ ਰਹੀਏ, ਇੱਥੇ ਹੀ ਕੰਮ 'ਤੇ ਜਾਈਏ, ਇੱਥੇ ਹੀ ਸਾਡਾ ਆਪਣਾ ਜਿਹੜਾ ਘਰ ਹੋਵੇ ਉਹ ਹੋਵੇ, ਪਰਿਵਾਰ ਵੀ ਸਾਡਾ ਇੱਥੇ ਵੱਡਾ ਹੋਵੇ, ਹੈ ਨਾ। ਪਰ ਰਿਸੋਰਸਿਸ ਕਿਹਨੇ ਪ੍ਰੋਵਾਈਡ ਕਰ ਰਹੇ ਨੇ? ਉਹ ਕਰ ਰਹੇ ਨੇ ਸਿਟੀ ਨੇ। ਹੁਣ ਜੇ ਸਿਟੀ ਨਹੀਂ ਉਹ ਕਰ ਰਹੀ ਪ੍ਰੋਵਾਈਡ, ਫਿਰ ਲੋਕਾਂ ਨੇ ਤਾਂ ਕਿਤੇ ਨਾ ਕਿਤੇ ਜਾਣਾ ਹੀ ਆ। ਕੈਲਗਰੀ ਬਹੁਤ ਲੋਕ ਮੂਵ ਹੋਏ ਨੇ, ਕੈਲਗਰੀ ਦੇ ਆਸੇ-ਪਾਸੇ ਦਾ ਜਿੰਨਾ ਏਰੀਆ, ਚੈਸਟਮੇਅਰ ਵਰਗਾ ਹੋ ਗਿਆ, ਐਬਰਡੀਨ ਵਰਗੇ ਹੋ ਗਿਆ ਨਾ, ਉੱਥੇ ਲੋਕ ਜਾ ਰਹੇ ਨੇ, ਉੱਥੇ ਲੋਕ ਮਾਈਗ੍ਰੇਟ ਹੋ ਰਹੇ ਨੇ। ਕਾਰਨ ਕੀ ਆ? ਕਿਉਂਕਿ ਉੱਥੇ ਉਹਨਾਂ ਨੂੰ ਅਫੋਰਡੇਬਿਲਿਟੀ ਦੇ ਵਿੱਚ ਘਰ ਮਿਲ ਰਹੇ ਨੇ। ਜਿੰਨੇ ਕੁ ਦੇ ਵਿੱਚ ਉਹਨਾਂ ਨੂੰ ਇੱਥੇ ਇੱਕ ਟਾਊਨ ਹਾਊਸ ਮਿਲੂਗਾ, ਉੱਥੇ ਉਹ ਵੱਡਾ ਘਰ ਲੈ ਰਹੇ ਨੇ, ਹੈ ਨਾ। ਸੋ ਉਹ ਚੀਜ਼ਾਂ ਤੋਂ ਜੇ ਬਚਾਉਣਾ ਲੋਕਾਂ ਨੂੰ ਇੱਥੇ ਹੀ ਰੱਖਣਾ, ਰਿਟੇਨ ਕਰਨਾ, ਆਪਣੇ ਟੈਕਸ ਪੇਅਰਸ ਨੂੰ ਖੁਸ਼ ਰੱਖਣਾ, ਤਾਂ ਅਫੋਰਡੇਬਿਲਿਟੀ ਦਾ ਕੰਮ ਤਾਂ ਕਰਨਾ ਹੀ ਪੈਣਾ ਜੀ। ਲਵਪ੍ਰੀਤ, ਜ਼ਿਆਦਾਤਰ ਨਾ ਜਦੋਂ ਕੌਂਸਲਰ ਜਾਂ ਮੇਅਰ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸਿਟੀ ਇਲੈਕਸ਼ਨਸ ਬਾਰੇ ਜ਼ਿਆਦਾਤਰ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਹੁਣ ਜਿਵੇਂ ਤੁਸੀਂ ਹੋ, ਹਜੇ PR ਤੁਸੀਂ ਹੋ ਚੁੱਕੇ ਹੋ, ਇੱਕ ਤੁਸੀਂ ਸਟੂਡੈਂਟਸ ਵਾਲੀ ਲਾਈਫ ਵੀ ਇੱਥੇ ਦੇਖ ਚੁੱਕੇ ਹੋ ਅਤੇ ਫਿਰ ਉਸ ਤੋਂ ਬਾਅਦ PR ਹੋ ਕੇ ਹੁਣ ਆਪਣੇ ਕੰਮ ਕਰ ਰਹੇ ਹੋ। ਅਜਿਹੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਇਲੈਕਸ਼ਨਸ ਦੇ ਦੌਰ ਦੇ ਵਿੱਚ ਕਈ ਵਾਰੀ ਲੋਕ ਉਲਝੇ ਹੁੰਦੇ ਨੇ, ਲੋਕਾਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਸਿਟੀ ਤੋਂ ਕੀ ਮੰਗਣਾ ਹੈ, ਪ੍ਰੋਵਿੰਸ਼ੀਅਲ ਕੋ ਕੀ ਮੰਗਣਾ ਹੈ ਅਤੇ ਫੈਡਰਲ ਕੋ ਕੀ। ਉਹ ਕਹਿੰਦੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਜਿਹੜੇ ਨੇ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਰਨੀਆਂ ਉਹ ਵੀ ਸਿਟੀ ਵਾਲਿਆਂ ਤੋਂ ਮੰਗੀਆਂ ਜਾਂਦੀਆਂ ਨੇ ਅਤੇ ਲੋਕਾਂ ਨੂੰ ਨੌਲੇਜ ਨਹੀਂ ਹੈ। ਇਹ ਤਾਂ ਫਿਰ ਘਾਟ ਕਿਹਦੀ ਹੈ? ਲੋਕਾਂ ਨੂੰ ਕਿਉਂ ਇਹਦੀ ਨੌਲੇਜ ਨਹੀਂ ਵੀ ਸਿਟੀ ਤੋਂ ਕੀ ਮੰਗਣਾ, ਪ੍ਰੋਵਿੰਸ਼ੀਅਲ ਤੋਂ ਕੀ ਮੰਗਣਾ, ਫੈਡਰਲ ਤੋਂ ਕੀ ਮੰਗਣਾ? ਸੋ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਵੀ ਹਰ ਸਾਲ ਮਾਈਗ੍ਰੇਸ਼ਨ ਹੋਣੀ ਹੈ। ਜਿਵੇਂ ਆਪਾਂ ਨੂੰ ਪਤਾ ਹੈ ਫੈਡਰਲ ਗਵਰਨਮੈਂਟ ਨੇ ਵੀ ਕਿਹਾ ਵੀ ਤਕਰੀਬਨ 4 ਲੱਖ ਬੰਦਾ ਹਰੇਕ ਸਾਲ ਵੀ ਅਸੀਂ PR ਕਰਨਾ ਜਾਂ ਨਵਾਂ ਲਿਆਉਣਾ, ਜਾਂ ਜਿਹੜੇ ਉਰੇ ਆਏ ਹੋਏ ਨੇ ਉਹਨਾਂ ਨੂੰ ਆਲਰੇਡੀ ਪੱਕਾ ਕਰਨਾ। ਪਰ ਉਹਨਾਂ ਨੂੰ ਓਰੀਐਂਟੇਸ਼ਨ ਜਿਹੜੀ ਸਰਵਿਸਿਜ਼ ਨੇ, ਵੈਲਕਮ ਸਰਵਿਸਿਜ਼ ਨੇ, ਉਹ ਨਹੀਂ ਮਿਲ ਰਹੀ। ਉਹਨਾਂ ਨੂੰ ਪਤੀ ਨਹੀਂ, ਅਵੇਅਰਨੈਸ ਹੀ ਨਹੀਂ ਹੈਗੀ ਵੀ ਕਿਹੜਾ ਮੁੱਦਾ ਕਿੱਥੇ ਜਾ ਕੇ ਚੱਕਣਾ। ਸੋ ਕਿਤੇ ਨਾ ਕਿਤੇ ਘਾਟ ਹੈ, ਉਹ ਢਾਂਚੇ ਦੀ ਉਹ ਘਾਟ ਆ। ਵੈਲਕਮ ਸਰਵਿਸਿਜ਼ ਦੇ ਵਿੱਚ ਕਿਹੜੀਆਂ ਸਰਵਿਸਿਜ਼ ਦੀ ਗੱਲ ਕਰ ਰਹੇ? ਸੋ ਵੈਲਕਮ ਸਰਵਿਸਿਜ਼ ਦੇ ਵਿੱਚ ਵੀ ਜਿਵੇਂ ਹੁਣ ਜਿਹੜਾ ਬੰਦਾ ਨਵਾਂ ਉਰੇ ਆ ਰਿਹਾ ਹੈ, ਸੋ ਉਹਨੂੰ ਵੀ ਮੇਰਾ ਵੀ ਜੋਬ ਮੈਂ ਕਿੱਥੋਂ ਲੱਭਣੀਆਂ ਨੇ, ਠੀਕ ਹੈ। ਜੇ ਮੈਨੂੰ ਐਕਸਪਲੋਇਟੇਸ਼ਨ ਹੁੰਦੀ ਹੈ, ਮੈਂ ਕਿਹਦੇ ਨਾਲ ਕੰਟੈਕਟ ਕਰਨਾ ਹੈ। ਸੋ ਅਤੇ ਜਾਂ ਫਿਰ ਜਿਹੜੀ ਹੈਲਥ ਸਰਵਿਸਿਜ਼ ਨੇ ਉਹ ਕਿੱਥੋਂ, ਮਤਲਬ ਕਿਹੜੀਆਂ ਜਿਹੜੇ ਅਦਾਰੇ ਨੇ ਮੈਨੂੰ ਉਹ ਹੈਲਪ ਕਰਨਗੇ। ਪਹਿਲਾਂ ਕਿਸੇ ਸਮੇਂ ਕੁਛ ਔਰਗਨਾਈਜੇਸ਼ਨਾਂ ਕਰਦੀਆਂ ਸੀ, ਪਰ ਕਿਤੇ ਨਾ ਕਿਤੇ ਜੇ ਆਪਾਂ ਗਰਾਊਂਡ 'ਤੇ ਹੁਣ ਰਿਐਲਿਟੀ ਦੇਖੀਏ ਉਹ ਨਹੀਂ ਹੋ ਰਿਹਾ ਜੀ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਵਧਾਉਣ ਦੀ ਲੋੜ ਹੈ ਅਤੇ ਤਾਂ ਜੋ ਅਵੇਅਰਨੈਸ ਆਵੇ ਅਤੇ ਜਿਹਦੇ ਨਾਲ ਜਿਹੜੇ ਮੁੱਦੇ ਨੇ ਲੋਕਾਂ ਨੂੰ ਪਤਾ ਹੋਵੇ ਵੀ ਅਸੀਂ ਕਿੱਥੇ ਜਾ ਕੇ ਚੱਕਣੇ ਨੇ ਜੀ। ਤੇ NC ਦਾ ਇਸ਼ੂ ਤੁਸੀਂ ਡਿਸਕਸ ਕੀਤਾ ਸੀਗਾ ਜਸ਼ਨ, ਉਹਦੇ ਵਿੱਚ ਕੀ ਇਸ਼ੂ ਆ ਰਿਹਾ ਹੈ? ਅਚਾਨਕ ਜਦੋਂ ਰੈਂਟ ਇਨਕਰੀਜ਼ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਜਿਸ ਤਰੀਕੇ ਨਾਲ ਕੌਂਸਲਰ ਨਾਗਰਾ ਨਾਲ ਵੀ ਗੱਲ ਹੋ ਰਹੀ ਸੀਗੀ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਵਾਸਤੇ ਇੱਕ ਪ੍ਰੋਸੈਸ ਹੈ ਜਿਸ 'ਚੋਂ ਜਾਣਾ ਚਾਹੀਦਾ, ਉਹ 'ਚੋਂ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਸਿਰਫ ਹਾਊਸਿੰਗ ਪਰਮਿਟ ਦੇ ਸਕਦੇ ਹੈਗੇ ਹਾਂ। ਸੋ ਤੁਹਾਨੂੰ ਕਿਉਂ ਲੱਗਦਾ ਵੀ ਉਹ ਸਿਟੀ ਨੂੰ ਉੱਤੇ ਕੁਛ ਕਰਨਾ ਚਾਹੀਦਾ? ਸਿਟੀ ਦਾ ਮੁੱਦਾ ਪਹਿਲੇ ਨੰਬਰ 'ਤੇ ਸਪਲਾਈ ਦੀ ਪ੍ਰੋਬਲਮ ਹੈ ਜੀ। ਸਪਲਾਈ ਦਿਖਦੀ ਹੈਗੀ ਹੈ ਪਰ ਗਰਾਊਂਡ ਦੇ ਉੱਤੇ ਉਹ ਕਈ ਵਾਰੀ ਨਹੀਂ ਮਿਲਦੀ ਪੂਰੀ। ਦੂਜੀ ਗੱਲ ਆ ਜਿਹੜੀ ਜਦੋਂ ਟੈਨੈਂਸੀ ਦੀ ਗੱਲ ਆ ਜਾਂਦੀ ਤਾਂ ਉਹਦੇ ਵਿੱਚ ਜਿਹੜੀ ਇੱਕ ਚੀਜ਼ ਦੀ ਵੱਡੇ ਪੱਧਰ ਦੇ ਉੱਤੇ ਕਮੀ ਆ ਤਾਂ ਉਹ ਰੈਂਟਲ ਅਗਰੀਮੈਂਟਸ ਦੀ ਕਮੀ ਹੈ। ਸਾਡੇ ਇਲੀਗਲ ਬੇਸਮੈਂਟ ਦਾ ਰੌਲਾ ਬਹੁਤ ਪੈਂਦਾ ਪਰ ਉਹਦੇ ਲਈ ਜਿਹੜੇ ਸਖਤ ਅਤੇ ਪ੍ਰੋਪਰ ਕਦਮ ਆ ਉਹ ਨਹੀਂ ਚੱਕੇ ਜਾਂਦੇ ਹਨ। ਹਮੇਸ਼ਾ ਜਿਹੜਾ ਬਲੇਮ ਹੈ ਉਹ ਵਾਪਸ ਆ ਕੇ ਰੈਂਟਰਸ 'ਤੇ ਆ ਜਾਂਦਾ ਵੀ ਉਹ ਨਹੀਂ ਕਾਗਜ਼ ਭਰਦੇ ਹਨ। ਉਹਨਾਂ ਨੇ ਤਾਂ ਹੋ ਸਕਦਾ ਕੋਈ ਇੱਥੇ ਜਿਵੇਂ ਕੰਮ ਕਰ ਨਹੀਂ ਆਇਆ, ਉਹਨੇ 6 ਮਹੀਨੇ ਬਾਅਦ ਵਾਪਸ ਚਲਾ ਜਾਣਾ ਹੋਵੇ, ਜਾਂ ਕੋਈ ਜਿਹੜਾ ਜਮਾਂ ਹੀ ਨਵਾਂ ਆਉਂਦਾ ਉਹਨੂੰ ਨਹੀਂ ਪਤਾ ਹੋਵੇ। ਪਰ ਜਿਨ੍ਹਾਂ ਨੇ ਘਰ ਬਣਾਏ ਹੋਏ ਨੇ ਉਹ ਤਾਂ ਇੱਥੇ ਹੀ ਰਹਿੰਦੇ ਨੇ, ਇੱਥੋਂ ਦੇ ਟੈਕਸ ਪੇਅਰ ਨੇ, ਇੱਥੇ ਪ੍ਰੋਪਰਟੀ ਟੈਕਸ ਭਰਦੇ ਨੇ। ਅਤੇ ਕਿਉਂ ਨਹੀਂ ਸਿਟੀ ਦੇ ਹੱਥ 'ਚ ਉਹਨਾਂ ਕੋਲ ਟੈਕਸ ਤਾਂ ਆਉਂਦੇ ਨੇ, ਉਹਨਾਂ ਨੂੰ ਭਰਨਾ ਪ੍ਰੋਪਰਟੀ ਟੈਕਸ। ਕਿਉਂ ਨਹੀਂ ਉਹ ਇਸ ਚੀਜ਼ ਦੇ ਰਿਲੇਟਡ ਪ੍ਰੋਪਰ ਅਗਰੀਮੈਂਟ ਬਣਾਉਂਦੇ ਵੀ ਤੁਸੀਂ ਸਾਨੂੰ ਜਦੋਂ ਵੀ ਪ੍ਰੋਪਰਟੀ ਟੈਕਸ ਭਰਨਾ ਤੁਸੀਂ ਡਿਕਲੇਅਰ ਕਰਨਾ ਵੀ ਪਿਛਲੇ ਸਾਲ ਦੇ ਵਿੱਚ ਤੁਹਾਡੇ ਕਿੰਨੇ ਟੈਨੈਂਟਸ ਰਹੇ ਨੇ, ਤੁਹਾਨੂੰ ਕਿੰਨੀ ਇਨਕਮ ਜਨਰੇਟ ਹੋਈ ਆ ਉੱਥੋਂ, ਅਤੇ ਫਿਊਚਰ ਦੇ ਵਿੱਚ ਤੁਸੀਂ ਕਿੰਨੇ ਟੈਨੈਂਟ ਆ ਜਿਹੜੇ ਉਹ ਰੱਖੋਗੇ, ਹੈ ਨਾ। ਕਿਉਂਕਿ ਉਹਦੇ ਨਾਲ ਕਾਫੀ ਪ੍ਰੋਬਲਮ ਸੋਲਵ ਹੋ ਜਾਂਦੀਆਂ ਨੇ। ਇਲੀਗਲ ਬੇਸਮੈਂਟ ਆ ਜਿਹੜੀ ਉਹ ਨਿਕਲ ਜਾਂਦੀ ਆ। ਜਿਹੜੇ ਹੁਣ
ਬੁੱਕ ਤੇ ਤਾਂ ਹੈਗਾ ਵੀ ਜਿਹੜਾ ਕੈਪ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਉਹ ਇੰਨਾ, ਪਰ ਰਿਐਲਿਟੀ ਦੇ ਵਿੱਚ ਉਹ ਕਿਤੇ ਵੀ ਕੰਮ ਨਹੀਂ ਹੁੰਦਾ, ਕਿਉਂਕਿ ਰੈਂਟਲ ਐਗਰੀਮੈਂਟਸ ਦੀ ਕਮੀ ਹੈ ਜਿਹੜੇ ਵੱਡੇ ਪੱਧਰ ਤੇ ਉਹ ਹੈਗੀ ਆ। ਤਾਂ ਫਿਰ ਰੈਂਟ ਇਹੀ ਹੁੰਦਾ ਵੀ ਅੱਜ 1500 ਆ, ਅਗਲੇ ਮਹੀਨੇ ਤੋਂ 1800 ਕਰ ਦਿਓ, ਹੈ ਨਾ। ਤੇ ਉੱਥੇ ਫਿਰ ਜਿਹੜੇ ਨਵੇਂ ਆਉਂਦੇ ਆ, ਜਿਵੇਂ ਲਵਪ੍ਰੀਤ ਨੇ ਜਿਹੜੀ ਗੱਲ ਕੀਤੀ ਮੈਂ ਉਹਦੇ ਨਾਲ ਫੇਰ ਐਡ ਕਰੂੰਗਾ ਕਿ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਨੇ। ਵੈਲਕਮਿੰਗ ਸਰਵਿਸਿਜ਼ ਦੇ ਵਿੱਚ ਇਹ ਕਮੀ ਆ ਵੀ ਉਹਨਾਂ ਨੂੰ ਦੱਸਿਆ ਜਾਵੇ, ਹੈ ਨਾ, ਵੀ ਇਹ ਚੀਜ਼ਾਂ ਤੁਹਾਡੇ ਕੋਲ ਆਹ ਤੁਹਾਡੇ ਰਾਈਟਸ ਨੇ। ਰਾਈਟਸ ਦੇ ਵਿੱਚ ਵੀ ਫਿਰ ਅੱਗੇ ਜਾ ਕੇ ਕਮੀ ਆ ਜਾਂਦੀ ਹੈ। ਕੰਮ ਤੇ ਕਿਸੇ ਨੇ ਐਕਸਪਲੋਟੇਸ਼ਨ ਹੁੰਦੀ ਆ ਰੈਂਟਰਸ ਦੇ, ਕਿਸੇ ਦਾ ਪ੍ਰੋਬਲਮ ਆਉਂਦੀ ਆ, ਟੈਨੈਂਸੀ ਬੋਰਡ ਆ ਚਾਹੇ ਆਪਣਾ ਕੰਮ ਵਾਲਾ ਜਿਹੜਾ ਬੋਰਡ ਆ, ਉੱਥੇ ਜਿਹੜੀਆਂ ਕੰਪਲੇਂਟਾਂ ਨੂੰ ਮਹੀਨਿਆਂ ਤੱਕ ਲਟਕੀਆਂ ਜਾਂਦੀਆਂ ਨੇ। ਇਹ ਡਿਪਾਰਟਮੈਂਟ ਨੂੰ ਫੋਨ ਕਰ ਲਓ, RCMP ਨੂੰ ਫੋਨ ਕਰ ਲਓ, RCMP ਕਹਿੰਦੀ ਹੈ ਸਾਡਾ ਡਿਪਾਰਟਮੈਂਟ ਨਹੀਂ ਹੈਗਾ, ਤੁਸੀਂ ਟੈਨੈਂਸੀ ਨਾਲ ਹੀ ਗੱਲ ਕਰੋ, ਹੈ ਨਾ। ਕੰਮ ਵਾਲੇ ਪਾਸੇ ਜੇਕਰ ਕਿਸੇ ਨਾਲ ਪ੍ਰੋਬਲਮ ਆ ਰਹੀ ਆ, ਸਾਡੇ ਕੋਲ ਹੈਗੇ ਨੇ ਇਸ ਸਮੇਂ ਕੇਸ ਜਿਹਨਾਂ ਨੂੰ 8-8 ਮਹੀਨੇ ਹੋ ਗਏ ਵਰਕਰ ਬੋਰਡ ਕੋਲ ਗਿਆ ਨੂੰ ਕੋਈ ਸੁਣਵਾਈ ਨਹੀਂ। ਉਹ ਬੰਦਾ ਇੰਨੇ ਟਾਈਮ 'ਚ ਅੱਕ ਜਾਂਦਾ, ਜਾਂ ਉਹਦੇ ਟਾਈਮ 'ਚ ਕੰਮ ਵਾਲੇ ਨੂੰ ਵੀ ਲੱਗਣ ਲੱਗ ਜਾਂਦਾ ਵੀ ਇਹ ਕੀ ਕਰ ਲੈਣਗੇ, ਅਤੇ ਉਹਨਾਂ ਨੂੰ ਉਹ ਅਗਲਾ ਬੱਕਰਾ ਜਿਹੜਾ ਵਿਚਾਰਾ ਉਹ ਤਿਆਰ ਕਰ ਲੈਂਦੇ ਆ, ਹੈ ਨਾ, ਵੀ ਇਹਨਾਂ ਤੋਂ ਪੈਸੇ ਖੋਲੀਏ ਜਿੰਨੇ ਖੋਏ ਜਾਂਦੇ ਆ। ਤਾਂ ਇਹ ਸਿਟੀ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਆ ਜਿਹੜਾ ਉਹ ਕਰ ਸਕਦੀ ਆ, ਪਰ ਹਾਲੇ ਤੱਕ ਸਾਰੀ ਜਿਹੜੀ ਕੋਸ਼ਿਸ਼ ਆ ਉਹ ਭੱਜਣ ਦੀ ਹੈ ਵੀ ਅਸੀਂ ਇਹ ਤੋਂ ਬਚ ਕਿਵੇਂ ਜਾਈਏ। ਜਿਸ ਕਾਰਨ ਲੱਗਦਾ ਵੀ ਤੁਹਾਡੇ ਜਿਹੜਾ ਮੁੱਦਾ ਹੈ ਕਿਸੇ ਨਾ ਕਿਸੇ ਸਲੇਟ ਕੋਲ ਪਹੁੰਚ ਜਾਏਗਾ ਤੇ ਜਿਹੜਾ ਵੀ ਅਗਲਾ ਮੇਅਰ ਬਣੇਗਾ ਉਹ ਪੂਰੇ ਕਰ ਸਕਦਾ ਹੈ। ਉਹਨਾਂ ਦਾ ਫਰਜ਼ ਤਾਂ ਇਹੀ ਹੈ ਜੀ, ਉਹਨਾਂ ਨੂੰ ਕਰਨਾ ਚਾਹੀਦਾ। ਪਰ ਜੇ ਉਹ ਆਪਣੇ ਫਰਜ਼ ਤੋਂ ਹੀ ਭੱਜਣਾ ਚਾਹੁੰਦੇ ਹੋਣਗੇ ਫਿਰ ਤਾਂ ਉਹ ਕੋਈ ਹੈ ਹੀ ਨਹੀਂ ਰਾਹ, ਹੈ ਨਾ। ਫਿਰ ਤਾਂ ਉਹਨਾਂ ਦੇ ਕੋਲੇ ਬਹੁਤ ਤਕੜਾ ਲੂਪ ਹੋਲ ਆ ਵੀ ਸਾਡੇ ਤਾਂ ਹੱਥ ਦੇ ਵਿੱਚ ਹੈ ਹੀ ਨਹੀਂ ਕੁਛ ਵੀ, ਤਾਂ ਪ੍ਰੋਵਿੰਸ਼ੀਅਲ ਮੈਟਰ ਆ ਜਾਂ ਫੈਡਰਲ ਮੈਟਰ ਆ। ਪਰ ਜੇ ਆਪਾਂ ਇੱਕ ਤਰ੍ਹਾਂ ਨਾਲ ਸੋਚ ਕੇ ਦੇਖੀਏ ਕਿ ਚੰਗੇ ਮੇਅਰ ਦੇ ਵਜੋਂ ਉਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ। ਜਿਹੜਾ ਵੀ ਕੋਈ ਕਾਉਂਸਲਰ ਆਉਂਦਾ ਉਹਨਾਂ ਨੂੰ ਇਹ ਚੀਜ਼ ਨੂੰ ਹੈਂਡਲ ਕਰਨਾ ਚਾਹੀਦਾ ਕਿ ਜਿਹੜੀ ਐਕਸਪਲੋਇਟੇਸ਼ਨ ਆ, ਜਾਂ ਚਾਹੇ ਉਹ ਟੈਨੈਂਟ ਦੀ ਹੋਵੇ ਚਾਹੇ ਉਹ ਵਰਕਰ ਦੀ ਹੋਵੇ। ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰੂੰਗਾ, ਹੈ ਨਾ। ਇੱਕ ਕੁੜੀ ਸੀ ਇੱਥੇ, ਉਹਨੂੰ ਕਿਸੇ ਬਿਜ਼ਨਸ ਨੇ ਕੰਮ ਤੇ ਰੱਖਿਆ 15 ਦਿਨ ਵਾਸਤੇ, ਉਹਨੂੰ ਟ੍ਰੇਨਿੰਗ ਦਿੱਤੀ। ਪਹਿਲੇ 15 ਦਿਨ ਉਹ ਕਹਿੰਦੇ ਸੀ ਤੈਨੂੰ ਪੈਸੇ ਨਹੀਂ ਦੇਣੇ, 16ਵੇਂ ਦਿਨ ਤੋਂ ਅਸੀਂ ਪੈਸੇ ਦੇਣੇ ਸ਼ੁਰੂ ਕਰਾਂਗੇ। ਤੇ 16ਵੇਂ ਦਿਨ ਜਾ ਕੇ ਕੁੜੀ ਨੂੰ ਕਹਿੰਦੇ ਵੀ ਤੂੰ ਕੱਲ੍ਹ ਤੋਂ ਕੰਮ 'ਤੇ ਨਾ ਆਈ। ਉਹਦੇ ਪਹਿਲੇ 15 ਦਿਨਾਂ ਦੇ ਪੈਸੇ ਵੀ ਮਾਰਨ ਲੱਗੇ ਸੀਗੇ। ਜਦੋਂ ਉਹਨਾਂ ਨੇ ਟੈਨੈਂਟ ਬੋਰਡ ਕੋਲ ਜਾ ਕੇ ਕੰਪਲੇਂਟ ਕੀਤੀ, ਟੈਨੈਂਟ ਬੋਰਡ ਅੱਗੇ ਪ੍ਰੋਸੈਸ ਕਿੰਨਾ ਹੌਲੀ ਆ। ਉਹੀ ਚੀਜ਼ ਜਿਵੇਂ ਜਸ਼ਨ ਬਾਈ ਨੇ ਗੱਲ ਕੀਤੀ ਵੀ ਜਦੋਂ ਨੂੰ ਉਹ ਪ੍ਰੋਸੈਸ ਸ਼ੁਰੂ ਹੁੰਦਾ ਜਾਂ ਜਦੋਂ ਨੂੰ ਉਹ ਚੀਜ਼ਾਂ ਸਿਰੇ ਜਾਂਦੀਆਂ ਨੇ, ਉਦੋਂ ਨੂੰ ਤਾਂ ਪਤਾ ਹੀ ਨਹੀਂ ਕਿੰਨੀਆਂ 4-5 ਕੁੜੀਆਂ ਦੇ ਹੋਰ ਪੈਸੇ ਮਾਰ ਜਾਂਦਾ ਬੰਦਾ। ਉਹ ਜਿਹੜੇ ਬਿਜ਼ਨਸ ਓਨਰ ਨੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕਰ ਸਕਦੇ ਹਾਂ, ਇਹ ਨੋਰਮਲ ਚੀਜ਼ ਆ, ਹੈ ਨਾ। ਹੁਣ ਸਿਟੀ ਨੂੰ ਇੱਥੇ ਕੀ ਕਰਨਾ ਚਾਹੀਦਾ? ਸਿਟੀ ਨੂੰ ਘੱਟੋ ਘੱਟ ਇੱਥੇ ਇਹੋ ਜਿਹਾ ਇਨਵਾਇਰਮੈਂਟ ਦੇਣਾ ਚਾਹੀਦਾ। ਸ਼ਹਿਰ ਦੇ ਵਿੱਚ ਰਹਿੰਦੇ ਜਿੰਨੇ ਵੀ ਕੰਮ ਕਰਨ ਵਾਲੇ ਉਹਨਾਂ ਨੂੰ ਘੱਟੋ ਘੱਟ ਇਹੋ ਜਿਹਾ ਇਨਵਾਇਰਮੈਂਟ ਤਾਂ ਦੇ ਹੀ ਸਕਦੇ ਨੇ ਕਿ ਤੁਸੀਂ ਆਪਦੇ ਜਿਹੜੇ ਕੰਮ ਦੇ ਉੱਤੇ ਸੇਫ ਫੀਲ ਕਰ ਸਕਦੇ ਹੋ, ਹੈ ਨਾ। ਇਹੀ ਸਿਸਟਮ ਸੀਗਾ, ਇਸੇ ਸਿਸਟਮ ਤੋਂ ਬਚਦੇ ਹੋਏ ਤਾਂ ਆਪਾਂ ਪੰਜਾਬ ਤੋਂ ਇੱਥੇ ਆਏ ਹਾਂ। ਜੇ ਉਹੀ ਸਿਸਟਮ ਇੱਥੇ ਸਾਨੂੰ ਨਹੀਂ ਮਿਲ ਰਿਹਾ, ਇੱਥੇ ਕਰਪਸ਼ਨ ਮਿਲ ਰਹੀ ਆ, ਫਿਰ ਤਾਂ ਕੋਈ ਫਾਇਦਾ ਨਹੀਂ ਕਿ ਇਸ ਤੋਂ ਬਾਅਦ ਤਾਂ ਪਤਾ ਨਹੀਂ ਕਿੱਥੇ ਜਾਵਾਂਗੇ ਫਿਰ। ਸਰੀ BC ਦੇ ਫਲੀਟਵੁੱਡ ਖੇਤਰ ਦੇ ਵਿੱਚ ਰਾਤੋਂ-ਰਾਤ ਹੋਈ ਗੋਲੀਬਾਰੀ ਦੇ ਨਾਲ ਇੱਕ ਵਿਅਕਤੀ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ, ਕਾਫੀ ਜ਼ਖਮੀ ਹੋਇਆ। ਸ਼ਨੀਵਾਰ ਰਾਤ ਸਰੀ BC ਦੇ ਫਲੀਟਵੁੱਡ ਖੇਤਰ ਦੇ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਸਰੀ RCMP ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਅੱਧੀ ਰਾਤ ਦੇ ਕਰੀਬ 80 ਐਵੇਨਿਊ ਤੇ 162 ਬਲਾਕ ਦੇ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਦਾ ਜਵਾਬ ਦਿੱਤਾ। ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਪੀੜਤ ਨੂੰ ਲੱਭ ਲਿਆ। ਜਾਂਚਕਰਤਾ ਆਸੇ-ਪਾਸੇ ਦੀ ਜਾਂਚ ਕਰ ਰਹੇ ਨੇ ਤੇ ਗਵਾਹਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪੁਲਿਸ ਨੇ ਕਿਹਾ ਹੈ ਕਿ ਉਹ ਗੋਲੀਬਾਰੀ ਨੂੰ ਨਿਸ਼ਾਨਾ ਬਣਾ ਕੇ ਕਰਨ ਵਾਲੀ ਘਟਨਾ ਮੰਨਦੇ ਨੇ ਤੇ ਦੋਵੇਂ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਨੇ। ਸੰਭਾਵੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਰੀ RCMP ਨਾਲ 604 599 0502 ਤੇ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਮੈਟਰੋ ਵੈਨਕੂਵਰ ਦੇ ਵਿੱਚ ਪੰਪ ਤੇ ਗੈਸ ਦੀ ਕੀਮਤ ਵਿੱਚ ਇੱਕ ਹੋਰ ਵੱਡਾ ਵਾਧਾ ਹੋਇਆ ਹੈ। ਜਿਨ੍ਹਾਂ ਡਰਾਈਵਰਾਂ ਨੂੰ ਸੋਮਵਾਰ ਨੂੰ ਭਰਨ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਖੇਤਰ ਦੇ ਲਈ 1 ਲੀਟਰ ਰੈਗੂਲਰ ਗੈਸ ਬਹੁਤ ਸਾਰੇ ਸਟੇਸ਼ਨਾਂ ਤੇ $2.399 ਜਿਹੜੀ ਹੈ ਲੀਟਰ ਰੈਗੂਲਰ ਰਾਤ ਲਈ ਇੱਕ ਹੋਰ 13 ਸੈਂਟ ਦੇ ਵਾਧੇ ਦੇ ਬਾਅਦ ਦੇ ਨੇੜੇ ਦੇ ਰਿਕਾਰਡ ਉੱਚ ਪੱਧਰ ਦਾ ਸਾਹਮਣਾ ਕਰਨਾ ਪਿਆ। ਰੈਗੂਲਰ ਦੀ ਕੀਮਤ ਕੁਝ ਦਿਨ ਪਹਿਲਾਂ ਦੇ ਨਾਲੋਂ ਲਗਭਗ 80 ਸੈਂਟ ਵੱਧ ਹੋਈ ਹੈ। ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ਡਾਲਰ ਯਾਨੀ ਕਿ 2.339 ਪ੍ਰਤੀ ਲੀਟਰ ਤੱਕ ਪਹੁੰਚ ਗਈਆਂ। ਇਸ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਲਗਭਗ 40 ਸੈਂਟ ਦੇ ਬਲੂਨਿੰਗ ਤੋਂ ਬਾਅਦ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਹੈ। ਸੋਮਵਾਰ 26 ਸਤੰਬਰ ਸਵੇਰੇ ਪੂਰੇ ਖੇਤਰ ਦੇ ਵਿੱਚ ਕਈ ਗੈਸ ਸਟੇਸ਼ਨਾਂ ਤੇ ਨਿਯਮਤ ਬਾਲਣ ਦੀ ਕੀਮਤ $2.339 ਪ੍ਰਤੀ ਲੀਟਰ ਸੀ। ਇਹ ਕੈਨੇਡੀਅਨ ਸ਼ਹਿਰਾਂ ਦੇ ਦੂਜੇ ਵੱਡੇ ਸ਼ਹਿਰਾਂ ਨਾਲੋਂ ਵੱਧ ਮਹਿੰਗਾ ਪ੍ਰਤੀ ਲੀਟਰ ਪੂਰੇ ਡਾਲਰ ਦੇ ਨੇੜੇ ਹੈ। ਕੀਮਤ ਦੀ ਭਵਿੱਖਬਾਣੀ ਤੇ ਟਰੈਕਿੰਗ ਵੈਬਸਾਈਟ ਗੈਸ ਵਿਜ਼ਾਰਡ ਦੇ ਅਨੁਸਾਰ ਕੈਲਗਰੀ ਤੇ ਟੋਰਾਂਟੋ $1.49 ਪ੍ਰਤੀ ਲੀਟਰ ਤੇ ਬੈਠੇ ਨੇ, ਜਦੋਂ ਕਿ ਹੈਲੀਫੈਕਸ $1.53 ਤੇ ਮੌਂਟਰੀਅਲ $1.65 ਤੇ ਨੇ। ਮੈਟਰੋ ਵੈਨਕੂਵਰ ਦੀਆਂ ਕੀਮਤਾਂ ਵੀ BC ਵਿੱਚ ਸਭ ਤੋਂ ਵੱਧ ਨੇ।
ਗ੍ਰੇਟਰ ਵਿਕਟੋਰੀਆ ਦੇ ਵਿੱਚ $2.34 ਪ੍ਰਤੀ ਲੀਟਰ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਸੋਮਵਾਰ ਸਵੇਰ ਨੂੰ ਕੀਮਤਾਂ $2.10 ਤੋਂ $2.15 ਦੇ ਆਸੇ-ਪਾਸੇ ਰਹਿੰਦੀਆਂ ਨੇ। ਕੈਮਲੂਪਸ ਦੇ ਵਿੱਚ ਗੈਸ ਵਿਜ਼ਾਰਡ ਦਾ ਕਹਿਣਾ ਹੈ ਕਿ ਪੰਪ ਦੀਆਂ ਕੀਮਤਾਂ ਲਗਭਗ $1.78 ਨੇ, ਜਿਸ ਦੇ ਵਿੱਚ ਕਲੋਨਾ ਦੇ ਵਿੱਚ ਚੀਜ਼ਾਂ ਲਗਭਗ $1.70 ਤੋਂ ਵੀ ਸਸਤੀਆਂ ਨੇ। ਗੈਸ ਭਰੀ ਤੇ ਪੈਟਰੋਲੀਅਮ ਮਾਹਰ ਨੇ ਕਿਹਾ ਹੈ ਕਿ ਅੱਗ ਤੇ ਰੱਖ ਰਖਾਵ ਕਾਰਨ ਰਿਫਾਈਨਰੀ ਦੇ ਵਿੱਚ ਵਿਘਨ ਪੈਣ ਕਾਰਨ ਪੂਰੇ ਉੱਤਰੀ ਅਮਰੀਕਾ ਦੇ ਵਿੱਚ ਗੈਸ ਦੀਆਂ ਕੀਮਤਾਂ ਵੱਖੋ ਵੱਖਰੀਆਂ ਦਿਖਾਈ ਦੇ ਰਹੀਆਂ ਨੇ। ਉਹਨਾਂ ਅੱਗੇ ਕਿਹਾ ਕਿ ਇਸ ਵੇਲੇ ਜਿਹੜਾ ਤੂਫਾਨ ਏਅਨ ਹੈ ਉਹ ਵੀ ਚੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹਾਂ। ਖਬਰ ਇਹ ਆ ਰਹੀ ਹੈ ਜੀ ਵੀ RCMP ਵਾਲੇ ਇੱਕ ਨਾ ਜਿਹੜੇ ਹੁਣੇ ਨਵੇਂ ਲੀਡਰ ਬਣੇ ਨੇ ਪੀਅਰ ਪੋਲੀਐਫੋਰੀ, ਉਹਨਾਂ ਦੀ ਘਰਵਾਲੀ ਨੂੰ ਧਮਕੀ ਦਿੱਤੀ ਗਈ ਹੈ ਬਲਾਤਕਾਰ ਦੀ, ਔਰ ਉਸ ਗੱਲ ਦੀ RCMP ਵਾਲੇ ਜਿਹੜੇ ਆ ਛਾਣਬੀਣ ਕਰ ਰਹੇ ਨੇ। ਇਹ ਫਾਰ ਰਾਈਟ ਐਕਟਿਵਿਸਟ ਉਹਨੂੰ ਕਿਹਾ ਜਾ ਰਿਹਾ ਜੀ, ਜੈਰਮੀ ਮਕੈਂਜੀ ਉਹਦਾ ਨਾਂ ਆ। ਉਹ ਔਨਲਾਈਨ ਸਟਰੀਮ ਦੇ ਉੱਤੇ ਕਿਸੇ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਜਦੋਂ ਉਹਨੇ ਬਹੁਤ ਹੀ ਭੈੜੇ ਸ਼ਬਦ ਬੋਲੇ ਨੇ ਪੀਅਰ ਪੋਲੀਐਫ ਦੀ ਵਾਈਫ ਬਾਰੇ। ਸੋ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ, ਉਹਨਾਂ ਦੇ ਇੱਕ ਸਟਾਫਰ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਕਹੀ ਗਈ ਆ, ਤੇ ਉਹਨਾਂ ਨੇ ਇਨਫੋਰਮ ਕੀਤਾ ਤੇ ਉਦੋਂ ਹੀ ਉਹਨਾਂ ਨੇ RCMP ਨੂੰ ਕੰਟੈਕਟ ਕੀਤਾ ਤੇ RCMP ਇਸ ਗੱਲ ਦੀ ਹੁਣ ਛਾਣਬੀਣ ਕਰ ਰਹੀ ਹੈ। RCMP ਵਾਲੇ ਕਹਿੰਦੇ ਜੀ ਵੀ ਅਸੀਂ ਚਾਰਜ ਉਦੋਂ ਕਰਾਂਗੇ ਜਦੋਂ ਅਸੀਂ ਇਹ ਸਾਰੀ ਗੱਲਬਾਤ ਦੇਖਦੇ ਹਾਂ ਵੀ ਇਹ ਕਿੰਨਾ ਕੁ ਸੀਰੀਅਸ ਮਸਲਾ ਸੀ ਜਾਂ ਕਿਹੜੇ ਨੇ ਕੀ ਐਕਸ਼ਨ ਕੀਤਾ। ਉਹਨੂੰ ਦੇਖਣ ਤੋਂ ਬਾਅਦ ਉਹ ਕਹਿੰਦੇ ਜੀ ਵੀ ਅਸੀਂ ਜਿਹੜੇ ਚਾਰਜ ਆ ਉਸ ਵਿਅਕਤੀ ਦੇ ਲਾਵਾਂਗੇ। ਜੈਰਮੀ ਮਕੈਂਜੀ ਹੋਰੀ ਇਹ ਇੱਕ ਕੈਨੇਡੀਅਨ ਫਾਰ ਰਾਈਟ ਗਰੁੱਪ ਦੱਸਿਆ ਜਾਂਦਾ ਜੀ, ਡਾਇਗਲੋਨ ਉਹਦਾ ਨਾਂ ਆ। ਇਹਨੇ ਇਹ ਵੀਕਐਂਡ ਦੇ ਉੱਤੇ ਥ੍ਰੈਟ ਕੀਤੀ ਹੈ ਤੇ ਉਹ ਬੰਦਾ ਜਿਹਦੇ ਨਾਲ ਉਹ ਗੱਲ ਕਰ ਰਿਹਾ ਸੀ ਜੀ ਉਹ ਸੀ ਐਲੈਕਸ ਵਰੈਂਦ। ਹੁਣ ਜਦੋਂ ਉਹਨੂੰ ਇਹ ਗੱਲ ਪੁੱਛੀ ਗਈ ਆ, ਉਹ ਕਹਿੰਦਾ ਜੀ ਵੀ ਮੈਂ ਤਾਂ ਉਦੋਂ दारू ਪੀ ਰਿਹਾ ਸੀਗਾ ਤਾਂ ਮੇਰੇ ਤੋਂ ਇਹ ਗੱਲ ਕਹੀ ਗਈ, ਮੈਂ ਕਿਸੇ ਨੂੰ ਹਾਰਮ ਨਹੀਂ ਕਰਨਾ ਚਾਹੁੰਦਾ। ਪਰ ਜਦੋਂ ਉਹਨੇ ਪਹਿਲਾਂ ਇਹ ਗੱਲ ਬਲਾਤਕਾਰ ਦੀ ਕਹੀ ਹੈ ਕਿ ਪੋਲੀਐਫ ਦੀ ਵਾਈਫ ਦੇ ਨਾਲ ਬਲਾਤਕਾਰ ਕੀਤਾ ਜਾਵੇ, ਤਾਂ ਉਦੋਂ ਉਹ ਕਹਿੰਦਾ ਸੀਗਾ ਵੀ ਇਹ ਇੱਕ ਕਿਸਮ ਦੀ ਪਾਵਰ ਦਿਖਾਲਣ ਵਾਲੀ ਗੱਲ ਆ ਵੀ ਅਸੀਂ ਆਹ ਕਰ ਸਕਦੇ ਹਾਂ। ਦੋਸਤੋ ਇਸ ਗਰੁੱਪ ਦੇ ਬੰਦੇ ਜਦੋਂ ਕੂਟਸ ਦੇ ਵਿੱਚ ਮੁਜ਼ਾਹਰੇ ਵੀ ਹੋ ਰਹੇ ਸੀਗੇ, ਉਹਨਾਂ ਦੇ ਵਿੱਚ ਵੀ 2 ਵਿਅਕਤੀ ਸੀ ਜਿਹੜੇ ਬੋਡੀ ਆਰਮਰ ਦੇ ਉੱਤੇ ਇਹਨਾਂ ਦਾ ਸਟicker ਲਾਈ ਫਿਰਦੇ ਸੀ, ਜਿੱਥੋਂ ਇੱਕ ਹੋਰ ਗਰੁੱਪ ਜਿਹੜਾ ਇਹਨਾਂ ਨੂੰ ਮੋਨੀਟਰ ਕਰਦਾ ਹੈਗਾ ਵੀ ਹੇਟ ਗਰੁੱਪਸ ਵਾਲਿਆਂ ਨੂੰ, ਉਹਨਾਂ ਨੇ ਜਦੋਂ ਇਹ ਨੋਟ ਕੀਤਾ ਤੇ ਉਹ ਵੀ ਇਹਨਾਂ ਨੂੰ ਫਾਲੋ ਕਰਨਾ ਸ਼ੁਰੂ ਕੀਤਾ ਵੀ ਇਹਨਾਂ ਦੀਆਂ ਕਾਰਵਾਈ ਕੀ ਹੈਗੀਆਂ ਜੀ। ਔਰ ਇਹ ਭਾਲਦੇ ਆ ਵੀ ਅਸੀਂ ਮਤਲਬ ਇੱਥੇ ਨਾਰਥ ਅਮਰੀਕਾ ਦੇ ਵਿੱਚ ਇੱਕ ਕੋਸਟ ਤੋਂ ਲੈ ਕੇ ਦੂਸਰੇ ਕੋਸਟ ਤੱਕ ਸਾਡਾ ਰਾਜ ਹੋਵੇ। ਦੂਸਰੀ ਗੱਲ ਇਹ ਆਈ ਆ ਜੀ ਵੀ ਇਹ ਬੰਦਾ ਹੈ ਕੌਣ, ਜੈਰਮੀ ਮਕੈਂਜੀ। ਇਹ ਦੱਸਿਆ ਜਾਂਦਾ 36 ਸਾਲਾਂ ਦਾ ਆ, ਔਰ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਐਂਟੀ ਵੈਕਸੀਨ ਵਾਲੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਸਪੋਰਟ ਸੀ ਉਸ ਕੌਨਵਾਏ ਦੇ ਨਾਲ ਜਦੋਂ ਔਟਵਾ ਦੇ ਵਿੱਚ ਵੀ ਗਏ ਆ। ਅੱਛਾ, ਇਹ ਨੈਸ਼ਨਲ ਡਿਫੈਂਸ ਜਿਹੜਾ ਆਪਣਾ ਡਿਪਾਰਟਮੈਂਟ ਹੈਗਾ ਨੈਸ਼ਨਲ ਡਿਫੈਂਸ ਦਾ, ਉਹਨਾਂ ਨੇ ਦੱਸਿਆ ਵੀ ਇਹ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਵੀ ਬੰਦੇ ਨੇ ਸਰਵ ਕੀਤਾ ਹੋਇਆ। 2003 ਦੇ ਵਿੱਚ ਐਨਰੋਲ ਕੀਤਾ ਸੀ, 11 'ਚ ਇਹਨੂੰ ਰਿਲੀਜ਼ ਕਰ ਦਿੱਤਾ ਗਿਆ ਸੀਗਾ ਤੇ ਇਨਫੈਂਟਰੀਮੈਨ ਦੇ ਤੌਰ ਤੇ ਸੀਗਾ ਜੀ, ਔਰ ਰਾਇਲ ਕੈਨੇਡੀਅਨ ਰੈਜੀਮੈਂਟ ਦੇ ਨਾਲ ਇਹਨੇ ਕੰਮ ਕਰ ਕੀਤਾ ਔਰ ਅਫਗਾਨਿਸਤਾਨ ਦੇ ਵਿੱਚ ਵੀ ਡਿਪਲੋਏ ਕੀਤਾ ਹੋਇਆ ਸੀਗਾ। ਹੁਣ ਜਿਹੜੀ ਇਹਦੀ ਗੱਲਬਾਤ ਇੱਕ ਹੋਰ ਆ ਰਹੀ ਵੀ ਸਸਕੈਚੁਆਨ ਦੇ ਵਿੱਚ ਇਹਨੂੰ ਅੱਗੇ ਚਾਰਜ ਕੀਤਾ ਗਿਆ ਸੀ ਜੁਲਾਈ ਦੇ ਵਿੱਚ, ਕਿਉਂਕਿ ਇਹਨੇ ਕਿਸੇ ਤੇ ਗਨ ਪੁਆਇੰਟ ਕਰ ਦਿੱਤੀ ਸੀਗੀ ਔਰ ਉਹ ਵੀ ਰਿਸਟ੍ਰਿਕਟਡ ਵੈਪਨ ਤੇ ਕੇਅਰਲੈਸ ਢੰਗ ਤਰੀਕੇ ਦੇ ਨਾਲ। ਨੋਵਾ ਸਕੋਸ਼ੀਆ ਦੀ RCMP ਨੂੰ ਚਾਰਜ ਕੀਤਾ ਜੀ 13 ਹੀ ਗਨ ਰਿਲੇਟਡ ਇਸ਼ੂਜ਼ ਦੇ ਨਾਲ। ਸੋ ਇਸ ਤਰ੍ਹਾਂ ਦਾ ਇਹਦਾ ਪ੍ਰੋਫਾਈਲ ਹੈਗਾ ਜੀ। ਤੇ ਪਰ ਹੁਣ RCMP ਜਿਹੜੀ ਆ ਉਹ ਇਹਦੇ ਵਿੱਚ ਛਾਣਬੀਣ ਕਰ ਰਹੀ ਹੈ
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਇਸ ਗੱਲ ਨੂੰ ਭੰਡਿਆ ਹੈਗਾ। ਉਹ ਕਹਿੰਦੇ ਵੀ ਕਿਸੇ ਨੂੰ ਵੀ ਕਦੇ ਵੀ ਕਿਸੇ ਨੂੰ ਧਮਕੀ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ, ਜਿਹੜੇ ਖਾਸ ਕਰਕੇ ਪਬਲਿਕ ਸਰਵਿਸ ਕਰ ਰਹੇ ਨੇ, ਬਿਨਾਂ ਨਾਂ ਲਏ ਤੋਂ ਉਹਨਾਂ ਨੇ ਇਹ ਗੱਲ ਕਹੀ ਆ। ਔਰ ਦੂਸਰੇ ਪਾਸੇ ਜਗਮੀਤ ਸਿੰਘ ਹੋਰਾਂ ਨੇ ਵੀ ਇਸ ਗੱਲ ਨੂੰ ਪੁਰਸ਼ ਜ਼ੋਰ ਸ਼ਬਦਾਂ ਦੇ ਵਿੱਚ ਨਿੰਦਿਆ ਆ ਭਈ ਇਹ ਗੱਲ ਜਿਹੜੀ ਆ ਨਹੀਂ ਹੋਣੀ ਚਾਹੀਦੀ। ਖਾਸ ਕਰਕੇ ਜਿਹੜਾ ਬਲਾਤਕਰਨ ਦੀ ਗੱਲ ਕਹੀ ਗਈ ਆ ਉਹ ਕਹਿੰਦੇ ਬਿਲਕੁਲ ਨਹੀਂ ਹੋਣੀ ਚਾਹੀਦੀ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।